बिस्मिल्लाहिर्रहमानिर्रहीम। ਜਦੋਂ ਪੁਰਾਣਾ ਦੌਰ ਸੀ ਸਾਡਾ, ਜਦੋਂ ਬਚਪਨ ਸੀ, ਜ਼ਿੰਦਗੀ ਉਦੋਂ ਵੀ ਗੁਜ਼ਰ ਰਹੀ ਸੀ ਤੇ ਅੱਛੀ ਗੁਜ਼ਰ ਰਹੀ ਸੀ, ਔਰ ਜ਼ਿੰਦਗੀ ਅੱਜ ਵੀ ਗੁਜ਼ਰ ਰਹੀ ਏ। ਅੱਜ ਦਾ ਦੌਰ ਉਦੋਂ ਦੇ ਮੁਕਾਬਲੇ ਤੇ ਬਹੁਤ ਜਦੀਦ ਦੌਰ ਹੈ। ਉਦੋਂ ਅਸੀਂ ਡੰਗਰ ਚਾਰਨ ਜਾਂਦੇ ਸਾਂ ਤੇ ਛੱਪੜੀਆਂ ਦੇ ਵਿੱਚੋਂ ਇਸ ਤਰ੍ਹਾਂ ਉੱਤੇ ਚਾਦਰ ਧਰ ਕੇ ਛੱਪੜੀ ਦੇ ਵਿੱਚ ਥੱਲੇ ਕੀੜੇ ਹੁੰਦੇ ਸਨ ਤੇ ਉੱਤੋਂ ਪਾਣੀ ਪੀ ਲਈਦਾ ਸੀ। ਅਸੀਂ ਬਿਮਾਰ ਨਹੀਂ ਸਾਂ ਹੁੰਦੇ। ਅੱਜ ਅਸੀਂ ਮਿਨਰਲ ਵਾਟਰ ਤੇ ਫਿਲਟਰਾਂ ਦਾ ਪਾਣੀ ਪੀ ਕੇ ਵੀ ਡਾਕਟਰ ਇਹੋ ਹੀ ਸਾਨੂੰ ਆਖਦੇ ਨੇ ਕਿ ਤੁਹਾਡਾ ਪਾਣੀ ਨਹੀਂ ਸਹੀ। ਅੱਜ ਦੀ ਨਾ ਹਵਾ ਠੀਕ, ਨਾ ਅੱਜ ਦਾ ਪਾਣੀ ਠੀਕ, ਨਾ ਅੱਜ ਦੀ ਖੁਰਾਕ ਉਸ ਤਰ੍ਹਾਂ ਦਰੁਸਤ ਜਿਸ ਤਰ੍ਹਾਂ ਕਿ ਪਹਿਲੇ ਦੌਰ ਵਿੱਚ ਹੁੰਦੀ ਸੀ। ਉਸ ਜ਼ਮਾਨੇ ਦੇ ਵਿੱਚ ਗੰਢੇ ਨਾਲ ਵੀ ਲੋਕੀ ਰੋਟੀ ਖਾ ਲੈਂਦੇ ਸਨ। ਮਿਰਚ ਨਾਲ, ਚੱਟੂ ਵੱਟੇ 'ਚ ਮਿਰਚ ਕੁੱਟ ਕੇ ਉਹਦੇ ਨਾਲ ਵੀ ਰੋਟੀ ਖਾ ਲੈਂਦੇ ਸਨ। ਲੱਸੀ ਦੇ ਵਿੱਚ ਪੀਸੀਆਂ ਹੋਈਆਂ ਲਾਲ ਮਿਰਚਾਂ ਘੋਲ ਕੇ ਉਹਦੇ ਨਾਲ ਵੀ ਰੋਟੀ ਖਾ ਲੈਂਦੇ ਸਨ। ਉਸ ਦੌਰ ਦੇ ਵਿੱਚ ਬੇਹੀ ਰੋਟੀ ਦਾ ਬੜਾ ਹੀ ਮਜ਼ਾ ਆਉਂਦਾ ਸੀ। ਅੱਜ ਤਾਜ਼ੀ ਪੱਕੀ ਹੋਈ ਰੋਟੀ ਐਨ ਮੁਮਕਿਨ ਹੈ ਕਿ ਮਿਹਦਾ ਹੀ ਕਬੂਲ ਨਾ ਕਰੇ। ਅੱਜ ਦੀ ਰੋਟੀ ਦਾ ਉਹ ਵਾਲਾ ਟੇਸਟ ਨਹੀਂ ਹੈ। ਉਦੋਂ ਖਾਲਸ, ਦੇਸੀ ਔਰ ਬਗੈਰ ਜ਼ਹਿਰਾਂ ਤੋਂ ਤੇ ਬਗੈਰ ਖਾਦਾਂ ਤੋਂ ਉਹ ਕਣਕ ਹੁੰਦੀ ਸੀ। ਫਿਰ ਇੱਕ ਹੋਰ ਵੀ ਚੰਦ ਚੀਜ਼ਾਂ ਵਿੱਚ ਮੈਂ ਐਡ ਕਰ ਦਿਆਂ ਕਿ ਉਦੋਂ ਦੀਆਂ ਬੀਬੀਆਂ ਇੱਕ ਵਾਰੀ ਆਟਾ ਗੁੰਨਦੀਆਂ ਸਨ ਤੇ 2-2.5 ਘੰਟੇ ਬਾਅਦ ਜਾ ਕੇ ਦੁਬਾਰਾ ਫਿਰ ਇੱਕ ਤੌਣੀ ਲਾ ਕੇ ਤੇ ਫਿਰ ਪਕਾਉਂਦੀਆਂ ਸਨ, ਤੰਦੂਰੇ ਰੋਟੀਆਂ ਲਾਉਂਦੀਆਂ ਸਨ। ਇਸ ਦੌਰ ਦੇ ਵਿੱਚ ਘਰਾਂ 'ਚ ਤੰਦੂਰ ਖਤਮ ਕਰ ਦਿੱਤਾ ਗਿਆ, ਜਿਹੜਾ ਕਿ ਰੋਟੀ ਪਕਾਉਣ ਦਾ ਸਦੀਆਂ ਤੋਂ ਕੁਦਰਤੀ ਤਰੀਕਾ ਹੈ, ਉਹ ਖਤਮ ਕਰ ਦਿੱਤਾ ਗਿਆ। ਉਹਦੀ ਵਜ੍ਹਾ ਨਾਲ ਜਦੋਂ ਖੁਰਾਕ ਹੀ ਦਰੁਸਤ ਨਹੀਂ ਮਿਲੇਗੀ ਤਾਂ ਸਿਹਤਾਂ ਕਿਸ ਤਰ੍ਹਾਂ ਦਰੁਸਤ ਰਹਿਣਗੀਆਂ। ਖੁਰਾਕ ਕਮਜ਼ੋਰ ਖਾਧੀ ਜਾਏਗੀ, ਜ਼ਹਿਰਾਂ ਵਾਲੀ ਖਾਧੀ ਜਾਏਗੀ ਤੇ ਲੋਕਾਂ ਬਿਮਾਰ ਹੀ ਹੋਣਾ। ਕੋਸ਼ਿਸ਼ ਕਰੋ ਅਸਲ ਜ਼ਿੰਦਗੀ ਦੀ ਤਰਫ ਆਇਆ ਜਾਏ। ਮੈਨੂੰ ਯਾਦ ਹੈ ਕਿ ਉਸ ਜ਼ਮਾਨੇ ਦੇ ਵਿੱਚ ਖੂਹਾਂ ਦੇ ਉੱਤੇ ਢੱਗੇ ਜੁੱਪਦੇ ਸਨ ਤੇ ਢੱਗੇ ਜਦੋਂ ਵਗਦੇ ਸਨ ਖੂਹਾਂ 'ਤੇ ਚੱਲਦੇ ਸਨ ਤੇ ਢੱਗਿਆਂ ਦੇ ਪੈਰਾਂ ਨਾਲ ਵੱਜ ਕੇ ਤੇ ਢੱਗਿਆਂ ਦਾ ਜਿਹੜਾ ਗੋਬਰ ਹੁੰਦਾ ਸੀ, ਜਿਹਨੂੰ ਅਸੀਂ ਮਿਲੀ ਆਖਦੇ ਸਾਂ, ਉਹ ਮਿਲੀ ਖੂਹਾਂ 'ਚ ਡਿੱਗਦੀ ਸੀ। ਜਾਨਵਰਾਂ ਦਾ ਗੋਹਾ ਖੂਹਾਂ 'ਚ ਡਿੱਗਣਾ, ਉਹ ਪਾਣੀ ਨਿਕਲ ਕੇ ਜਦੋਂ ਫਿਰ ਨਿਸਾਰ ਰਸਤੇ 'ਚ ਬੱਚੇ 'ਚ ਆਉਣਾ ਤੇ ਅੱਗੋਂ ਔਲੂ 'ਚ ਡਿੱਗਣਾ, ਤੀਸਰੇ ਸਟੈਪ 'ਤੇ ਪਾਣੀ ਜਾਣਾ ਤੇ ਇਸ ਤਰ੍ਹਾਂ ਬੁੱਕ ਭਰ ਕੇ ਵੇਖਣਾ। ਤੇ ਉਹ ਯਾਦ ਆਉਂਦਾ ਅੱਜ ਵੀ ਉਦੋਂ ਵਾਲਾ ਪਾਣੀ ਕਿ ਅੱਜ ਵਾਲੇ ਜਿਹੜਾ ਮਿਨਰਲ ਵਾਟਰ ਹੈ ਨਾ, ਉਹਦੇ ਨਾਲੋਂ 1000 ਗੁਣਾ ਸਾਫ਼ ਪਾਣੀ ਹੁੰਦਾ ਸੀ ਤੇ ਸਿਹਤ ਬਖਸ਼ ਹੁੰਦਾ ਸੀ। ਉਸ ਪਾਣੀ ਦੀ ਵੀ ਇੱਕ ਆਪਣੀ ਖੁਸ਼ਬੂ ਸੀ। ਉਸ ਜ਼ਮਾਨੇ ਦੇ ਵਿੱਚ ਘਰੋਂ ਬਾਹਰ ਨਿਕਲਣਾ, ਖੇਤਾਂ ਵਿੱਚ ਸਫ਼ਰ ਵਾਸਤੇ ਸੁਬਾਹ ਲੋਕ ਨਿਕਲਦੇ ਸਨ ਹਾਜਤ ਕੁਸ਼ਾਈ ਵਾਸਤੇ। ਅਤੇ ਉਹ ਜਨਾਬ ਲੋਕ ਪੈਲੀਆਂ ਵਾਹਰੇ ਹੁੰਦੇ ਸਨ, ਜ਼ਮੀਨਾਂ ਦੇ ਵਿੱਚ ਢੱਗਿਆਂ ਨਾਲ, ਬੈਲਾਂ ਨਾਲ, ਝੋਟੀਆਂ ਨਾਲ ਪੈਲੀ ਵਾਹੀ ਜਾ ਰਹੀ ਹੁੰਦੀ ਸੀ ਅਤੇ ਉਸ ਮਿੱਟੀ ਵਿੱਚੋਂ ਵੀ ਇੱਕ ਖਾਸ ਖੁਸ਼ਬੂ ਆਉਂਦੀ ਸੀ। ਉਦੋਂ ਖਾਦਾਂ ਹੈ ਨਹੀਂ ਸਨ, ਉਦੋਂ ਜ਼ਹਿਰਾਂ ਹੈ ਨਹੀਂ ਸਨ ਕੀੜੇ ਮਾਰ। ਉਦੋਂ ਸਾਰੇ ਕੰਮ ਦੇਸੀ ਕੀਤੇ ਜਾਂਦੇ ਹਨ, ਸਾਦੇ ਤਰੀਕੇ ਨਾਲ। ਅਤੇ ਹਵਾ ਜਿਹੜੀ ਸੀ ਨਾ, ਬੜੀ ਖੁਸ਼ਬੂਦਾਰ ਹਵਾ ਹੁੰਦੀ ਸੀ ਉਹਨਾਂ ਦਿਨਾਂ ਦੇ ਵਿੱਚ। ਉਦੋਂ ਫਿਜ਼ਾ ਜਿਹੜੀ ਸੀ ਬਿਲਕੁਲ ਸਾਫ਼ ਸੁਥਰੀ ਹੁੰਦੀ ਸੀ, ਗਰਦਾ ਕੋਈ ਨਹੀਂ ਸੀ ਹੁੰਦਾ, ਧੂੰਆਂ ਕੋਈ ਨਹੀਂ ਸੀ ਹੁੰਦਾ ਫਿਜ਼ਾ ਦੇ ਵਿੱਚ। ਉਦੋਂ ਜੋ ਵੀ ਖਾ ਲੈਂਦਾ ਸੀ ਨਾ ਇਨਸਾਨ, ਉਹ ਇਨਸਾਨ ਨੂੰ ਪਚਦਾ ਸੀ। ਉਦੋਂ ਰਨਿੰਗ ਦਾ ਵੀ ਟਾਈਮ ਹੈ ਸੀ ਬੰਦਿਆਂ ਕੋਲ ਵੀ, ਬੀਬੀਆਂ ਕੋਲ ਵੀ। ਕੋਈ ਕੰਮ, ਕਿਸੇ ਕੰਮ ਨਾਲ ਜਾ ਰਿਹਾ ਕਿਤਲੇ ਪੈਦਲ, ਕੋਈ ਕਿਸੇ ਕੰਮ ਨਾਲ। ਅੱਜ ਤਾਂ ਕਾਰ 'ਚੋਂ ਪੈਰ ਬਾਹਰ ਨਹੀਂ ਨਾ ਕੱਢਿਆ ਜਾਂਦਾ ਅਤੇ ਏਸੀ ਬਗੈਰ ਘਰਾਂ 'ਚ ਰਿਹਾ ਨਹੀਂ ਜਾਂਦਾ। ਤੂਤਾਂ, ਕਿੱਕਰਾਂ, ਛਰੀਆਂ ਅਤੇ ਫਲਾਈਆਂ ਅਤੇ ਦਰੇਕਾਂ ਦੀਆਂ ਛਾਵਾਂ ਥੱਲੇ ਦੁਪਹਿਰ ਦੇ 2-4 ਘੰਟੇ ਗੁਜ਼ਾਰੇ ਜਾਂਦੇ ਸਨ। ਉਹ ਠੰਡਾ ਅਤੇ ਕੁਦਰਤੀ ਔਰ ਖੂਬਸੂਰਤ ਅਤੇ ਅਸਲ ਜਿਹੜਾ ਮਾਹੌਲ ਬਣਦਾ ਸੀ, ਉਹ ਅੱਜ ਮੁਯੱਸਰ ਹੀ ਨਹੀਂ ਹੈ। ਨਾ ਪਾਣੀ ਠੀਕ, ਨਾ ਹਵਾ ਠੀਕ, ਨਾ ਕੋਈ ਮਾਮਲਾਤ ਆਪਸ 'ਚ ਮੇਲ ਮਿਲਾਪ ਦੇ ਠੀਕ।
ਉਦੋਂ ਬੜੀਆਂ ਮੁਹੱਬਤਾਂ ਹੁੰਦੀਆਂ ਸਨ ਲੋਕਾਂ ਨੂੰ ਇੱਕ ਦੂਸਰੇ ਨਾਲ। ਅੱਜ ਅਦਾਵਤਾਂ ਬਹੁਤ ਜ਼ਿਆਦਾ बढ़ ਗਈਆਂ, ਨਫਸਾ ਨਫਸੀ ਦਾ ਆਲਮ ਬਹੁਤ ਜ਼ਿਆਦਾ ਹੋ ਗਿਆ। ਉਦੋਂ ਲੋਕੀ ਘਰਾਂ 'ਚ ਸਾਲਣ ਪਕਾਉਂਦੇ ਸਨ, ਰੋਟੀ ਪਕਾਉਂਦੇ ਸਨ। ਜਦੋਂ ਕਿਸੇ ਗੋਸ਼ਤ ਪਕਾ ਲੈਣਾ ਜਾਂ ਕੋਈ ਅੱਛਾ ਸਾਲਣ ਬਣਨਾ ਤਾਂ ਹਮਸਾਇਆਂ ਦੇ ਘਰ ਦੇਣ ਜਾਣਾ ਵੀ ਇਹ ਹਜ਼ੂਰ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਇੱਕ ਅਤਾ ਕਰਦਾ ਗੱਲ ਹੈ ਕਿ ਹਮਸਾਇਆਂ ਦਾ ਖਿਆਲ ਕਰੋ, ਅਕਰਬਾ ਦਾ ਖਿਆਲ ਕਰੋ। ਤੋ ਇੱਕ ਦੂਸਰੇ ਦੇ ਘਰਾਂ ਦੇ ਵਿੱਚ ਸਾਲਣ ਲੋਕਾਂ ਦੇਣਾ ਕਰਨਾ, ਹਲਵਾ ਪਕਾਉਣਾ, ਹਲਵਾ ਦੇਣਾ, ਜੋ ਵੀ ਅੱਛੀ ਚੀਜ਼ ਪਕਣੀ ਤੇ ਉਹ ਦੇਣੀ। ਤੇ ਜੇ ਮਸਾਇਆਂ ਦੇ ਬੱਚੇ ਆਪਣੇ ਵਿਹੜੇ ਆ ਜਾਣੇ ਤਾਂ ਉਹਨਾਂ ਨਾਲ ਬੇਇੰਤਹਾ ਮੁਹੱਬਤ ਕਰਨੀ ਤੇ ਸਾਰਾ ਕੁਝ ਉਹਨਾਂ ਨੂੰ ਖਿਲਾ ਕੇ ਤੇ ਫਿਰ ਭੇਜਣਾ। ਤੇ ਮਾਲੀ ਹਾਲਾਤ ਚਲੋ ਉਸ ਜ਼ਮਾਨੇ ਦੇ ਵਿੱਚ ਸਾਰੇ ਜਹਾਨ ਦੇ ਮੱਠੇ ਸਨ। ਨਾ ਕੋਈ ਪਿੰਡਾਂ 'ਚ ਡਾਕਟਰ ਹੁੰਦਾ ਸੀ ਤੇ ਨਾ ਕਿਸੇ ਨੂੰ ਇੰਨਾ ਇਲਾਜ ਦੀ ਜ਼ਰੂਰਤ ਹੀ ਪੈਂਦੀ ਸੀ। ਜੇ ਕਦੀ ਕੋਈ ਬਿਮਾਰ ਹੋ ਵੀ ਜਾਣਾ ਤਾਂ ਉਹਨੂੰ 4-6-10 ਜੀਆਂ ਨੇ ਨਾਲ ਲਾ ਕੇ ਤੇ ਸ਼ਹਿਰ ਲੈ ਕੇ ਜਾਣਾ। ਤੇ ਸ਼ਹਿਰਾਂ ਵਿੱਚ ਵੀ ਇੱਕੋ ਇੱਕ ਮਾੜਾ ਚੰਗਾ ਹਸਪਤਾਲ ਹੁੰਦਾ ਸੀ। ਉਦੋਂ ਡਾਕਟਰ ਮੁਖਲਸ ਸਨ, ਉਦੋਂ ਕੋਈ ਟੈਸਟ ਨਹੀਂ ਸਨ ਹੁੰਦੇ ਵੀ ਅਗਰ 1500 ਰੁਪਏ ਦਾ ਟੈਸਟ ਹੈ ਤੇ ਵਿੱਚ 300 ਰੁਪਈਆ ਕਮਿਸ਼ਨ ਹੈ ਡਾਕਟਰ ਦੀ। ਇਹ ਕੰਮ ਕੋਈ ਨਹੀਂ ਸੀ, ਜਿਹਨੂੰ ਮੈਂ ਦੂਸਰੇ ਲਫ਼ਜ਼ਾਂ ਨਾਲ ਇਸ ਤਰ੍ਹਾਂ ਆਖਾਂਗਾ ਕਿ ਉਦੋਂ ਵਾਲਿਆਂ ਡਾਕਟਰਾਂ ਨੂੰ ਪਤਾ ਹੀ ਨਹੀਂ ਸੀ ਕਿ ਹਰਾਮ ਵੀ ਖਾਈਦਾ। ਔਰ ਅੱਜ ਦੇ ਡਾਕਟਰਾਂ ਨੇ ਹਰਾਮ ਖਾਣ 'ਚ ਵੀ PhD ਕੀਤੀ ਹੋਈ ਹੈ। ਤੇ ਪਿੰਡਾਂ ਦੇ ਗੱਲ ਪੈ ਕਰਦਾ ਸਾਂ ਕਿ ਬੜੀਆਂ ਸਾਦੀਆਂ ਗਜ਼ਾਵਾਂ ਤੇ ਸਿਹਤ ਬਖਸ਼, ਸ਼ਾਇਦ ਟਾਵਾਂ ਭੈਣਾਂ ਭਰਾਵਾਂ ਨੂੰ ਪਤਾ ਹੋਏਗਾ ਕਿ ਜਦੋਂ ਬੀਬੀਆਂ ਰਲ ਕੇ ਤੰਦੂਰਾਂ 'ਤੇ ਰੋਟੀਆਂ ਲਾਉਂਦੀਆਂ ਸਨ ਤੇ ਉਹ ਹੀ ਪ੍ਰੈਸ ਕਾਨਫਰੰਸ ਵੀ ਹੁੰਦੀ ਸੀ। ਇਸ ਮਹੱਲੇ ਦੀਆਂ ਖਬਰਾਂ ਉਸ ਮਹੱਲੇ ਉੱਥੇ ਜਾਣੀਆਂ ਹੁੰਦੀਆਂ ਸਨ ਤੇ ਉੱਥੇ ਖਬਰਾਂ ਤਿਆਰ ਹੋਣੀਆਂ ਤੇ ਉੱਥੇ ਨਿਕਲਣੀਆਂ ਤੇ ਉੱਥੇ ਟੋਰਨਾ। ਤੇ ਕਦੇ ਵਾਰੀ ਤੋਂ ਲੜ ਵੀ ਲੈਂਦੀਆਂ ਸਨ, ਵਾਰੀ ਮੇਰੀ ਸੀ ਤੰਦੂਰ ਤੇ ਵਾਰੀ ਤੂੰ ਕਿਉਂ ਲਈ ਹੈ। ਤੇ ਅੱਜ ਲੜ ਕੇ ਭਲ ਕੇ ਫਿਰ ਸੁਲ੍ਹਾ ਹੁੰਦੀ ਸੀ। ਐਡੀ ਲੰਮੀ ਚੌੜੀ ਰੰਜਿਸ਼ ਨਹੀਂ ਰੱਖਦੀਆਂ। ਕਿਸੇ ਦੇ ਘਰ ਪ੍ਰਾਹੁਣਾ ਆ ਜਾਣਾ ਤੋ ਗੁਆਂਢਣ ਦੀ ਕੁੱਕੜੀ ਫੜ ਕੇ ਜ਼ਬਾ ਕਰਕੇ ਮਹਿਮਾਨ ਨੂੰ ਖਿਲਾ ਲੈਣੀ। ਉਹਨੇ ਬਾਅਦ 'ਚ ਆਉਣਾ ਡੇਰੇ ਤੋਂ ਤੇ ਉਹਨੂੰ ਦੱਸਣਾ, ਭੈਣੋ ਮੇਰਾ ਭਾਈ ਮੁਹੰਮਦ ਹੁਸੈਨ ਆਇਆ ਸੀ ਤੇ ਮੈਂ ਉਹਨੂੰ ਕੁੱਕੜੀ ਲਾਲ ਕਰਕੇ ਤੇਰੇ ਵਾਲੀ ਖਵਾ ਛੜੀ। ਤੇ ਉਹਨੇ ਆਖਣਾ ਕੋਈ ਗੱਲ ਨਹੀਂ, ਭੈਣਾਂ ਭਰਾਵਾਂ ਆਪਸ 'ਚ। ਵਿਹੜੇ ਮਹੱਲੇ ਦੀਆਂ ਬੀਬੀਆਂ ਰਲ ਕੇ ਇਕੱਠੀਆਂ ਹੋ ਕੇ ਬਹਿੰਦੀਆਂ ਹੁੰਦੀਆਂ ਸਨ। ਛਾਬੇ ਉਣਨੇ ਖਜੂਰ ਦਿਆਂ ਪੱਤਿਆਂ ਨਾਲ ਰੰਗ ਆਪ ਹੀ ਕਰਨਾ ਉਹਨਾਂ ਪੱਤਿਆਂ ਨੂੰ, ਫਿਰ ਛਾਬੇ ਉਣਨੇ, ਸਰਾਣਿਆਂ ਦੇ ਗੁਲਾਫ ਬਣਾਉਣੇ, ਉਹਨਾਂ ਦੀ ਕਢਾਈ ਕਰਨੀ ਕਰੋਸ਼ੀਏ ਨਾਲ। ਬੜਾ ਦੇਸੀ ਦੌਰ ਹੁੰਦਾ ਸੀ। ਗਲੀਆਂ ਦੇ ਵਿੱਚ ਜਿੱਥੇ ਕਿਤੇ ਦਰਖਤ ਹੋਣਾ ਉਹਦੇ ਛਾਵੇਂ ਡੇਰਾ ਲਾ ਲੈਣਾ ਉਹਨਾਂ, ਵਿੱਚੇ ਵਡੇਰੀਆਂ ਮਾਈਆਂ, ਵਿੱਚੇ ਕੁੜੀਆਂ। ਉਹ ਇੱਕ ਬਹੁਤ ਅੱਛਾ ਮਾਹੌਲ ਹੁੰਦਾ ਸੀ। ਉਹ ਜ਼ਮਾਨਾ ਤੇ ਇਹ ਜ਼ਮਾਨਾ, ਇਹਦਾ ਜ਼ਮੀਨ ਸਮਾਨ ਦਾ ਫਰਕ ਹੈ। ਬਹੁਤ ਦੂਰ ਨਿਕਲ ਆਏ ਹਾਂ ਅਸੀਂ, ਬੜਾ ਸਫ਼ਰ ਤੈਅ ਕਰ ਆਏ ਹਾਂ। ਉਹ ਸਾਦਾ ਦੌਰ ਆਪਣੇ ਹਵਾਲੇ ਨਾਲ ਬਹੁਤ ਹੀ ਆਲਾ ਦੌਰ ਸੀ। ਅੱਜ ਵਾਲੀਆਂ ਸਹੂਲੀਅਤ ਤਾਂ ਨਹੀਂ ਸਨ ਮੁਯੱਸਰ, ਮਗਰ ਜਿਹੜੀਆਂ ਸਹੂਲੀਅਤ ਹਕੀਕੀ ਮਾਇਨਿਆਂ ਵਿੱਚ ਉਦੋਂ ਹੈ ਸਨ, ਉਹ ਅੱਜ ਕਦੇ ਸਾਰੀ ਦੁਨੀਆ ਵੀ ਰਲ ਕੇ ਜ਼ੋਰ ਲਾਏ ਤੇ ਉਸ ਦੇਸੀਪਨ ਤੱਕ ਨਹੀਂ ਪਹੁੰਚ ਸਕਦੇ। ਕਿਉਂਕਿ ਜ਼ਹਿਰ ਖ਼ਤਮ ਨਹੀਂ ਕਰ ਸਕਦੇ, ਖਾਦ ਖ਼ਤਮ ਨਹੀਂ ਕਰ ਸਕਦੇ, ਹੁਣ ਮਜਬੂਰੀ ਬਣ ਗਈ ਹੈ। ਜਿਹੜੇ ਫਾਇਦੇ ਉਸ ਦੌਰ ਦੇ ਸਨ ਉਹ ਇਸ ਦੌਰ 'ਚ ਨਹੀਂ ਹਨ। ਅਲਹਮਦੁਲਿਲਾ ਮਾਲਕ ਦੀ ਮਿਹਰਬਾਨੀ ਹੈ, ਅਸਾਂ ਉਹ ਪੁਰਾਣਾ ਦੌਰ ਵੀ ਵੇਖਿਆ ਜਿਸ ਦੌਰ 'ਚ ਗੰਨੇ ਚੂਪੇ ਜਾਂਦੇ ਸਨ, ਜਿਗਰ ਦੀ ਇਸਲਾਹ ਹੁੰਦੀ ਸੀ, ਮੈਦੇ ਦੀ ਇਸਲਾਹ ਹੁੰਦੀ ਸੀ, ਦੌੜਦੇ ਭੱਜਦੇ ਸਾਂ। ਸਪੈਸ਼ਲੀ ਕਿਸੇ ਜਿੰਮ 'ਚ ਨਹੀਂ ਸੀ ਜਾਣਾ ਪੈਂਦਾ ਵਰਜ਼ਿਸ਼ ਕਰਨ ਵਾਸਤੇ। ਹਰ ਵਕਤ ਬੰਦਾ ਰਹਿੰਦਾ ਹੀ ਵਰਜ਼ਿਸ਼ ਦੇ ਵਿੱਚ ਸੀ, ਸਕੂਨ ਦੀ ਜ਼ਰੂਰਤ ਹੀ ਕੋਈ ਨਹੀਂ ਸੀ ਹੁੰਦੀ। ਤਾਕਤ ਇੰਨੀ ਹੁੰਦੀ ਸੀ ਕਿ ਦਿਲ ਕਰਦਾ ਸੀ ਦੌੜਦਾ ਭੱਜਦਾ ਰਹੇ ਬੰਦਾ। ਉਦੋਂ ਕੱਚੇ ਮਕਾਨ ਹੁੰਦੇ ਸਨ, AC ਲਾਉਣ ਦੀ ਕੋਈ ਲੋੜ ਨਹੀਂ ਸੀ ਪੈਂਦੀ। ਸਖਤ ਗਰਮੀ ਦੇ ਵਿੱਚ ਉਹਨਾਂ ਕੱਚਿਆਂ ਮਕਾਨਾਂ ਦੇ ਵਿੱਚ ਬਿਹਤਰੀਨ ਸਕੂਨ ਨਾਲ ਰਿਹਾਇਸ਼ ਕਰਦੇ ਸਨ ਲੋਕੀ। ਕੋਈ ਪ੍ਰੋਬਲਮ ਨਹੀਂ ਸੀ ਹੁੰਦੀ, ਕੋਈ ਗਰਮੀ ਨਹੀਂ ਸੀ ਲੱਗਦੀ, ਕੋਈ ਬਿਜਲੀ ਨਹੀਂ ਸੀ ਹੁੰਦੀ, ਕੋਈ ਪੱਖਾ ਨਹੀਂ ਸੀ ਹੁੰਦਾ। ਅੱਜ ਸਭ ਕੁਝ ਮੌਜੂਦ ਹੈ ਤੇ ਜਿਹਨੂੰ ਮਲੇਰੀਆ ਹੋ ਜਾਂਦਾ ਜਾਨ ਨਹੀਂ ਛੱਡਦਾ। ਮੱਛਰ ਉਦੋਂ ਬੜਾ ਵੜਦਾ ਸੀ ਤੇ ਮਲੇਰੀਆ ਨਹੀਂ ਸੀ ਕਦੇ ਕਿਸੇ ਨੂੰ ਹੋਇਆ। ਗੰਨੇ ਚੂਪਣੇ, ਆਲੂ ਢੱਕਲਿਆਂ